ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲ ਪੁਰਖ ਦੀਆਂ ਇਹ ਗੱਲਾਂ ਸੁਣ ਕੇ ਤਪਸਵੀ ਜੀ ਨੂੰ ਝੁਣਚਣੀ ਆ ਗਈ। ਅਕਾਲ ਪੁਰਖ ਦੇ ਚਰਨਾਂ ਪਰ ਢਹਿ ਪਏ ਅਤੇ ਬੋਲੇ, ਦਾਤਾਰ, ਹੁਕਮ ਤੇ ਰਜਾ ਅੰਦਰ ਤਾਂ ਸਾਰੇ ਹੀ ਚੱਲ ਰਹੇ ਹਨ ਅਤੇ ਇਹ ਦਾਸ ਨੂੰ ਵੀ ਆਪ ਦੇ ਹੁਕਮ ਤੇ ਰਜਾ ਅੰਦਰ ਹੀ ਚੱਲਣਾ ਪੈ ਰਿਹਾ ਹੈ ਅਤੇ ਹਮੇਸ਼ਾ ਚੱਲਦਾ ਰਹਾਂਗਾ। ਆਪ ਦੀ ਆਗਿਆ, ਆਪ ਦੇ ਹੁਕਮ ਤੇ ਆਪ ਦੀ ਮਰਜ਼ੀ ਤੋਂ ਬਿਨਾਂ ਇੱਕ ਤੀਲਾ ਵੀ ਨਹੀਂ ਹਿਲ ਸਕਦਾ। ਪਰ ਹੇ ਮਿਹਰਾਂ ਵਾਲਿਆ, ਮਿਹਰ ਕਰੋ, ਆਪਣੇ ਚਰਨਾਂ ਤੋਂ ਮੈਨੂੰ ਦੂਰ ਨਾ ਕਰੋ। ਮੈਂ ਤੇ ਇੱਥੇ ਆਪ ਜੀ ਦੇ ਚਰਨ ਕਮਲ ਦੀ ਮੌਜ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। ਹੇ ਬਖਸ਼ਿਸ਼ਾਂ ਦੇ ਭੰਡਾਰ ਜੀਓ, ਮੈਂ ਤੇ ਆਪ ਦੇ ਅਟੁੱਟ ਭੰਡਾਰ ਵਿੱਚੋਂ ਕੇਵਲ ਇੱਕੋ ਹੀ ਦਾਤ ਮੰਗ ਰਿਹਾ ਹਾਂ। ਮੇਰਾ ਦਿਲ ਨਹੀਂ ਕਰਦਾ ਕਿ ਮੈਂ ਇਹ ਮੌਜ ਛੱਡ ਕੇ ਮੁੜ ਸੰਸਾਰਕ ਝਮੇਲਿਆਂ ਵਿੱਚ ਜਾ ਫਸਾਂ। ਇਸ ਤੋਂ ਬਿਨਾਂ ਆਪ ਦੇਖ ਹੀ ਰਹੇ ਹੋ ਕਿ ਇਹ ਕਮਜ਼ੋਰ ਜਿਹਾ ਸਰੀਰ ਹੁਣ ਸੰਸਾਰ ਦੇ ਝਮੇਲਿਆਂ ਦਾ ਭਾਰ ਸਹਿਣ ਜੋਗਾ ਨਹੀਂ। ਹੇ ਪਿਤਾ ਜੀਓ, ਇਸ ਬਾਲਕ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਹੀ ਲਾਈ ਰੱਖੋ। ਸੰਸਾਰ ਕਰਤਾ ਅਕਾਲ ਪੁਰਖ ਜੀ ਇਸ ਹੇਮਕੁੰਡ ਵਾਸੀ ਤਪਸਵੀ ਦੇ ਇਹ ਬਚਨ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਬਰਖੁਦਾਰ ਜੀਓ, ਤੁਸੀਂ ਸਾਨੂੰ ਪਿਤਾ ਜੀਓ ਕਹਿ ਕੇ ਸੰਬੋਧਨ ਕੀਤਾ ਹੈ ਅਤੇ ਸੰਸਾਰ ਦੇ ਅਨੇਕਾਂ ਜੀਵ ਇਸੇ ਸ਼ਬਦ ਨਾਲ ਸੰਬੋਧਨ ਤਾਂ ਕਰਦੇ ਹਨ, ਪਰ ਜਦੋਂ ਉਹਨਾਂ 'ਤੇ ਹਉਮੈ ਭਾਰੂ ਹੋ ਜਾਂਦੀ ਹੈ ਤਾਂ ਉਹ ਆਪਣੇ ਇਹ ਸ਼ਬਦ ਭੁੱਲ ਜਾਂਦੇ ਹਨ। ਸੰਸਾਰ ਵੱਲ ਨਜ਼ਰ ਮਾਰੋ, ਆਪਣੇ ਬਜ਼ੁਰਗਾਂ ਵੱਲ ਨਜ਼ਰ ਮਾਰੋ। ਬੁੱਧ, ਜਿਸ ਨੂੰ ਸਾਰਾ ਸੰਸਾਰ ਮਹਾਤਮਾ ਬੁੱਧ ਦੇ ਨਾਮ ਨਾਲ ਯਾਦ ਕਰ ਰਿਹਾ ਹੈ, ਜਿਸ ਨੇ ਸਾਰੇ ਸੰਸਾਰ ਦੇ ਨਿਰਵਾਣ ਲਈ ਕਠਨ ਤਪੱਸਿਆ ਕੀਤੀ, ਅੱਜ ਉਸ ਦੇ ਮੰਨਣ ਵਾਲੇ ਮੇਰੇ ਨਹੀਂ ਬਣਦੇ, ਸਗੋਂ ਮਹਾਤਮਾ ਬੁੱਧ ਦੇ ਬੁੱਤਾਂ ਅੱਗੇ ਹੀ ਨੱਕ ਰਗੜਦੇ, ਬੇਨਤੀਆਂ ਕਰਦੇ ਤੇ ਉਹਨਾਂ ਦੀ ਹੀ ਪੂਜਾ ਪੈ ਕਰਦੇ ਹਨ। ਉਹ ਇਹ ਨਹੀਂ ਸਮਝ ਸਕੇ ਕਿ ਬੁੱਧ ਜਿੰਨੇ ਵੀ ਹੋਏ ਹਨ, ਉਹ ਤੇ ਆਪ ਨਿਰਵਾਣ ਦੀ ਖੋਜ ਵਿੱਚ ਭਟਕਦੇ ਫਿਰਦੇ ਰਹੇ ਤਾਂ ਜੋ ਉਹਨਾਂ ਦੇ ਸੇਵਕ ਕਾਲ ਦੇ ਚੱਕਰ ਹੇਠੋਂ ਨਿਕਲ ਸਕਣ। ਪਰ ਸ੍ਰਿਸ਼ਟੀ ਦਾ ਨੇਮ ਅਟੱਲ ਹੈ। ਮਹਾਤਮਾ ਬੁੱਧ ਵੀ ਸੱਚਖੰਡ ਆ ਬਿਰਾਜੇ, ਸੋ ਜੋ ਆਇਆ ਸੋ ਚੱਲ ਸੀ। ਕੁਦਰਤ ਦਾ ਇਹ ਨੇਮ ਅਟੱਲ ਹੈ। ਹਾਂ, ਸਾਡੇ ਨਾਲ ਸੱਚੇ ਹਿਰਦੇ ਤੋਂ ਪ੍ਰੇਮ ਕਰਨ ਵਾਲੇ ਆਤਮਿਕ ਤੌਰ 'ਤੇ ਸਾਡੇ ਇੰਨੇ ਨੇੜੇ ਹੋ ਜਾਂਦੇ ਹਨ ਕਿ ਉਹਨਾਂ ਦੀ ਜੋਤ ਪਰਮ ਜੋਤ ਵਿੱਚ ਸਮਾ ਜਾਂਦੀ ਹੈ। ਫਿਰ ਉਹ ਹੁਕਮ ਤੋਂ ਬਿਨਾਂ ਗਰਭ ਜੋਨ ਵਿੱਚ ਨਹੀਂ ਜਾ ਸਕਦੇ। ਅਜੇ ਇਹ ਸ਼ਬਦ ਅਕਾਲ ਪੁਰਖ ਦੇ ਮੂੰਹ ਵਿੱਚ ਹੀ ਸਨ ਕਿ ਹੇਮਕੁੰਡ ਦੇ ਤਪਸਵੀ ਇੱਕ ਵਾਰੀ ਫਿਰ ਚਰਨ ਕਮਲਾਂ ਪੁਰ ਡਿੱਗ ਪਏ, ਬੇਨਤੀ ਕਰਨ ਲੱਗੇ, ਮਿਹਰਾਂ ਦੇ ਸਾਈਂ ਜੀ, ਮਿਹਰ ਕਰੋ, ਮਿਹਰ ਕਰੋ, ਇਸ ਦਾਸ ਲਈ ਮੁੜ ਗਰਭ ਜੂਨ ਵਿੱਚ ਜਾਣ ਦਾ ਹੁਕਮ ਨਾ ਕਰੋ। ਇਹ ਠੀਕ ਹੈ ਕਿ ਆਪ ਦਾ ਹੁਕਮ ਅਟੱਲ ਹੈ, ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਦਾਤਾਰ, ਮਿਹਰ ਕਰੋ ਤੇ ਇਹਨਾਂ ਚਰਨ ਕਮਲਾਂ ਦੀ ਮੌਜ ਵਿੱਚ ਹੀ ਰਸ ਮਾਣਨ ਦਿਓ। ਇਸ ਵੇਲੇ ਇਹ ਤਪਸਵੀ ਦੀਆਂ ਅੱਖਾਂ ਵਿੱਚ ਪਿਆਰ ਹੰਝੂ ਛਲਕ ਰਹੇ ਸਨ। ਅਕਾਲ ਪੁਰਖ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ, ਮੇਰੇ ਲਾਲ ਜੀਓ, ਸਾਡਾ ਹੁਕਮ ਅਟੱਲ ਹੈ। ਤੁਹਾਨੂੰ ਯਾਦ ਹੋਵੇਗਾ ਕਿ ਤ੍ਰੇਤਾ ਯੁੱਗ ਵਿੱਚ ਸੋਢੀਆਂ ਨੇ ਬੇਦੀਆਂ ਨੂੰ ਆਪਣਾ ਰਾਜ ਸੌਂਪਿਆ ਸੀ, ਸੋ ਹੁਣ ਕਲਯੁੱਗ ਹੈ, ਉਹ ਰਾਜ ਭਾਗ ਆਪ ਨੇ ਸੰਭਾਲਣਾ ਹੈ। ਅਸੀਂ ਚਾਹੁੰਦੇ ਹਾਂ ਕਿ ਹੁਣ ਤੁਸੀਂ ਭਾਰਤ ਵਰਸ਼ ਵਿੱਚ ਜਾ ਕੇ ਰਾਜ ਕਰੋ ਅਤੇ ਨਾਲ ਹੀ ਕਲਯੁਗੀ ਜੀਵਾਂ ਨੂੰ ਨਾਮ ਰਸ ਜਾਂ ਅੰਮ੍ਰਿਤ ਰਸ ਦੇ ਕੇ ਸੰਤ ਸਿਪਾਹੀ ਬਣਾਓ, ਜੋ ਧਰਮ ਤੇ ਕੌਮ ਦੀ, ਦੀਨਾਂ ਤੇ ਦੇਸ਼ ਦੀ ਰੱਛਾ ਕਰਦੇ ਰਹਿਣ। ਸੋ ਹੇ ਮੇਰੇ ਲਾਲ ਜੀਓ, ਤੁਸੀਂ ਆਪਣਾ ਪ੍ਰਣ ਯਾਦ ਰੱਖੋ। ਤੁਸੀਂ ਕਠਨ ਤਪੱਸਿਆ ਕਰਕੇ ਜੀਵਨ ਮੁਕਤ ਹੋ ਗਏ ਹੋ, ਪਰ ਹੁਕਮ ਤੇ ਰਜਾ, ਇਹ ਦੋਵੇਂ ਗੱਲਾਂ ਅਟੱਲ ਹਨ। ਤੁਸੀਂ ਸੰਸਾਰ ਅੰਦਰ ਜਾ ਕੇ ਨਾਨਕ ਨਿਰੰਕਾਰੀ ਦੇ ਚਲਾਏ ਅਧਿਆਤਮਕ ਰਾਜ ਅੰਦਰ ਨਵੀਂ ਜ਼ਿੰਦਗੀ ਪੈਦਾ ਕਰੋ। ਜੋ ਰਾਜ ਭਾਗ ਸੋਢੀਆਂ ਨੇ ਪ੍ਰਾਪਤ ਕੀਤਾ ਹੈ, ਉਸ ਨੂੰ ਅਟੱਲ ਕਰੋ ਜੀਓ।
ਜਾਓ। ਭਾਰਤ ਵਰਸ਼ ਨੂੰ ਅਤੇ ਸਾਰੇ ਸੰਸਾਰ ਨੂੰ ਇੱਕ ਨਵਾਂ ਕੌਤਕ ਦਿਖਾਓ। ਹੇਮਕੁੰਡ ਦੇ ਤਪੱਸਵੀ ਜੀ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ, ਹੇ ਬ੍ਰਹਿਮੰਡ ਦੇ ਸ਼ਹਿਨਸ਼ਾਹ, ਇਸ ਦਾਸ ਨੂੰ ਤਾਂ ਆਪ ਦੇ ਚਰਨ ਕਮਲਾਂ ਵਿੱਚ ਰਹਿ ਕੇ ਕਈਆਂ ਪਾਤਸ਼ਾਹੀਆਂ ਦਾ ਨਸ਼ਾ ਪ੍ਰਾਪਤ ਹੋ ਰਿਹਾ ਹੈ। ਸੰਸਾਰਕ ਪਾਤਸ਼ਾਹੀਆਂ ਇਸ ਚਰਨ ਕਮਲ ਦੀ ਮੌਜ ਸਾਹਮਣੇ ਤੁੱਛ ਹਨ। ਤੁਸੀਂ ਨਾਨਕ ਨਿਰੰਕਾਰੀ ਦਾ ਨਾਂ ਲਿਆ ਹੈ। ਉਹਨਾਂ ਨੇ ਤਾਂ ਰਿੱਧ ਸਿੱਧ ਅਵਰਾ ਸਾਧ ਕਿਹਾ ਹੈ ਕਿ ਹਰ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਅਤੇ ਕਰਾਮਾਤਾਂ ਵਾਧੂ ਦੇ ਸਵਾਦ ਹਨ। ਜਿਸ ਸੋਢੀਆਂ ਦੀ ਕੁਲ ਵਿੱਚ ਆਪ ਇਸ ਦਾਸ ਨੂੰ ਜਾਣ ਲਈ ਕਹਿ ਰਹੇ ਹੋ ਕਿ ਉਹ ਸੋਢ ਬੰਸੀ ਗੁਰੂ ਨਾਨਕ ਦੇ ਚਲਾਏ ਰੂਹਾਨੀ ਤਖਤ ਦੇ ਮਾਲਕ ਬਣ ਚੁੱਕੇ ਹਨ। ਘੱਟ ਘੱਟ ਦੇ ਜਾਣਨਹਾਰ ਸ਼ਹਿਨਸ਼ਾਹ ਜੀਓ, ਇਹ ਰਾਜ ਭਾਗ ਵੀ ਆਪ ਦੀ ਕਿਰਪਾ ਦ੍ਰਿਸ਼ਟੀ ਦਾ ਇੱਕ ਨਿੱਕਾ ਜਿਹਾ ਕ੍ਰਿਸ਼ਮਾ ਹੈ। ਉਹ ਸੋਢੀ ਸੁਲਤਾਨ ਗੁਰੂ ਨਾਨਕ ਜੀ ਦੇ ਰੂਹਾਨੀ ਤਖਤ ਉੱਤੇ ਠੀਕ ਬਿਰਾਜਮਾਨ ਹੋ ਚੁੱਕੇ ਹਨ, ਪਰ ਉਹਨਾਂ ਦਾ ਇਸ ਤਖਤ ਨਾਲ ਦਿਲ ਨਹੀਂ ਜੁੜਿਆ ਜਾਪਦਾ। ਉਹ ਵੀ ਤੇ ਚਰਨ ਕਮਲ ਦੀ ਮੌਜ ਵਿੱਚ ਹੀ ਰਹਿੰਦੇ ਹਨ। ਤਦੇ ਤੇ ਉਸ ਸੋਢੀ ਸੁਲਤਾਨ ਨੇ ਇੱਕ ਵਾਰੀ ਆਪ ਜੀ ਦੀ ਹਜ਼ੂਰੀ ਵਿੱਚ ਇਹ ਸਾਫ਼ ਸਾਫ਼ ਕਹਿ ਦਿੱਤਾ ਸੀ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰੇ। ਅਰਥਾਤ, ਮੈਂ ਰਾਜ ਨਹੀਂ ਚਾਹੁੰਦਾ, ਮੈਂ ਮੁਕਤੀ ਨਹੀਂ ਚਾਹੁੰਦਾ, ਮੇਰੇ ਹਿਰਦੇ ਅੰਦਰ ਤੇ ਆਪ ਦੇ ਚਰਨ ਕਮਲਾਂ ਦੀ ਪ੍ਰੀਤ ਹੈ। ਦਾਤਾਰ, ਜਿਹੜੇ ਸੋਢੀ ਪਾਤਸ਼ਾਹ ਇਹ ਸਾਫ਼ ਸਾਫ਼ ਕਹਿ ਰਹੇ ਹਨ ਕਿ ਸਾਨੂੰ ਰਾਜ ਦੀ ਲੋੜ ਨਹੀਂ, ਮੁਕਤੀ ਦੀ ਲੋੜ ਨਹੀਂ, ਕੇਵਲ ਆਪ ਦੇ ਚਰਨ ਕਮਲਾਂ ਦੀ ਪ੍ਰੀਤੀ ਚਾਹੀਦੀ ਹੈ, ਤੁਸੀਂ ਸਾਨੂੰ ਉਸੇ ਸੋਢ ਬੰਸ ਵਿੱਚ ਹੀ ਰਾਜ ਕਰਨ ਲਈ ਭੇਜ ਰਹੇ ਹੋ। ਦਾਤਾਰ ਜੀਓ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜਾ ਰਾਜ ਭਾਗ ਉਹ ਤਿਆਗਣਾ ਚਾਹੁੰਦੇ ਹਨ ਅਤੇ ਚਰਨ ਕਮਲ ਦੀ ਮੌਜ ਪਿੱਛੇ ਮੁਕਤੀ ਵੀ ਨਹੀਂ ਚਾਹੁੰਦੇ। ਬਖਸ਼ਣਹਾਰ ਸ਼ਹਿਨਸ਼ਾਹ, ਉਸ ਕੁਲ ਵਿੱਚ ਜਾ ਕੇ ਮੈਂ ਉਹ ਰਾਜ ਭਾਗ ਸੰਭਾਲਣ ਦਾ ਲਾਲਚ ਕਿਉਂ ਕਰਾਂ। ਜਗਤ ਕਰਤਾ ਜੀ ਫਿਰ ਹੱਸ ਪਏ ਅਤੇ ਕਹਿਣ ਲੱਗੇ, ਸਾਡਾ ਲਾਲ ਬੜਾ ਹੀ ਭੋਲਾ ਹੈ। ਤੁਸੀਂ ਜਾ ਕੇ ਉਹ ਰਾਜ ਭਾਗ ਲੈਣਾ ਨਹੀਂ, ਸਗੋਂ ਉਹ ਤੇ ਤੁਹਾਡੇ ਮਸਤਕ ਵਿੱਚ ਲਿਖਿਆ ਜਾ ਚੁੱਕਾ ਹੈ ਅਤੇ ਉਹ ਤੁਹਾਨੂੰ ਅਵੱਸ਼ ਮਿਲਣਾ ਹੈ। ਸਾਡੇ ਕਹਿਣ ਦਾ ਮਤਲਬ ਇਹ ਸੀ ਕਿ ਭਾਰਤ ਵਰਸ਼ ਅੰਦਰ ਜਾ ਕੇ ਤੁਸੀਂ ਇੱਕ ਅਜਿਹਾ ਰਾਜ ਭਾਗ ਦੀ ਮਰਿਆਦਾ ਚਲਾਓ ਕਿ ਜਿਸ ਦਾ ਹਰ ਵਾਸੀ ਰਾਜ ਤੇ ਮੁਕਤੀ ਦੀ ਰਤਾ ਵੀ ਪਰਵਾਹ ਨਾ ਕਰੇ, ਸਗੋਂ ਅਜਿਹਾ ਪੰਥ ਚਲਾਓ ਜਿਸ ਦਾ ਹਰ ਸੇਵਕ ਦੇਸ਼, ਕੌਮ, ਮਹਾਂਪੁਰਖਾਂ, ਸੰਤਾਂ ਤੇ ਧਰਮ ਦੀ ਰੱਛਾ ਲਈ ਤਨ ਮਨ ਧਨ ਸਰਬੰਸ ਤੇ ਆਪਾ ਵਾਰਨ ਲਈ ਤਿਆਰ ਬਰ ਤਿਆਰ ਰਹੇ। ਤੁਸੀਂ ਅਜਿਹਾ ਪੰਥ ਚਲਾ ਕੇ ਇਸ ਤਰ੍ਹਾਂ ਸਰਬੰਸ ਤੇ ਆਪਾ ਵਾਰ ਕੇ ਦੁਨੀਆ ਸਾਹਮਣੇ ਤੇ ਆਪਣੇ ਸੰਤ ਸਿਪਾਹੀਆਂ ਸਾਹਮਣੇ ਇੱਕ ਅਜਿਹੀ ਮਰਿਆਦਾ ਚਲਾ ਦਿਓ ਕਿ ਤੁਹਾਡੇ ਮੁੜ ਸੱਚਖੰਡ ਆ ਜਾਣ ਮਗਰੋਂ ਉਹ ਉਸੇ ਮਰਿਆਦਾ 'ਤੇ ਕਾਇਮ ਰਹਿਣ ਅਤੇ ਉਸ ਮਰਿਆਦਾ ਨੂੰ ਉਹਨਾਂ ਦੇ ਜੀਵਨ ਦੀ ਰਹਿਣੀ ਬਹਿਣੀ ਬਣਾ ਦਿਓ। ਉਹ ਅਜਿਹੇ ਸੂਰਮੇ ਹੋਣ ਕਿ ਦੇਸ਼ ਕੌਮ ਅਤੇ ਧਰਮ ਵਾਸਤੇ ਆਪਾ ਵਾਰਨਾ, ਮੌਤ ਨਾਲ ਹੱਸ ਹੱਸ ਕੇ ਮਖੌਲ ਕਰਨਾ, ਅੰਗ ਅੰਗ ਕਟਵਾਉਣਾ ਅਤੇ ਹੋਰ ਕਈ ਪ੍ਰਕਾਰ ਦੇ ਕਸ਼ਟ ਸਹਿਣੇ ਜਿਨ੍ਹਾਂ ਨੂੰ ਦੁਨੀਆ ਵਾਲੇ ਅਸਹਿ ਅਤੇ ਅਕਹਿ ਸਮਝਣ। ਤੁਹਾਡੇ ਪੰਥਪੁਰ ਚੱਲਣ ਵਾਲੇ ਹੱਸ ਹੱਸ ਕੇ ਖਿੜੇ ਮੱਥੇ ਅਜਿਹੇ ਕਸ਼ਟ ਝੱਲਣ ਲਈ ਤਿਆਰ ਰਹਿਣ। ਸੋ ਮੇਰੇ ਲਾਲ ਜੀਓ, ਇਹ ਹੁਕਮ ਅਟੱਲ ਹੈ, ਆਪ ਨੇ ਭਾਰਤ ਵਰਸ਼ ਦੇ ਕਲਿਆਣ ਲਈ ਜਾਣਾ ਹੀ ਹੈ। ਇਸ ਲਈ ਨਾਂਹ ਕਰਨ ਦੀ ਹੁਣ ਕੋਈ ਲੋੜ ਨਹੀਂ। ਤੁਸੀਂ ਤਿਆਰ ਹੋ ਜਾਓ, ਇਹਨਾਂ ਪਹਾੜੀਆਂ ਦਾ ਤਿਆਗ ਕਰਕੇ ਸ਼ਹਿਰੀ ਜੀਵਨ ਪ੍ਰਵਾਨ ਕਰੋ, ਕਮਰ ਕਸਾ ਕਰੋ। ਆਪ ਲਈ ਹੁਣ ਇਹ ਯੋਗ ਸਾਧਨ ਹੈ। ਹੇ ਪਰਮ ਪਿਤਾ ਜੀਓ, ਉਹ ਤਪੱਸਵੀ ਬੇਨਤੀ ਕਰਨ ਲੱਗਾ, ਆਪ ਜੀ ਦੇ ਹੁਕਮ ਤੇ ਰਜਾ ਤੋਂ ਬਾਹਰ ਤਾਂ ਕੋਈ ਨਹੀਂ ਹੋ ਸਕਦਾ, ਪਰ ਸਾਡੇ ਸਰੀਰ ਵਿੱਚ ਤੇ ਸਾਹ ਸੱਤ ਵੀ ਨਹੀਂ ਰਿਹਾ।
ਇਹ ਦਾਸ ਤਾਂ ਕੇਵਲ ਆਪ ਜੀ ਦੀ ਮਿਹਰ ਸ਼ਕਤੀ ਦੇ ਆਸਰੇ ਹੀ ਜੀਵਨ ਬਤੀਤ ਕਰ ਰਿਹਾ ਹੈ। ਸਦੀਆਂ ਤੋਂ ਕਦੀ ਕਿਸੇ ਸ਼ਸਤਰ ਨੂੰ ਹੱਥ ਨਹੀਂ ਲਾਇਆ ਤੇ ਨਾ ਹੀ ਹੁਣ ਕਿਸੇ ਸ਼ਸਤਰ ਨੂੰ ਹੱਥ ਲਾਉਣ ਦੀ ਸਮਰੱਥਾ ਹੈ। ਸੋ ਮੈਂ ਹੈਰਾਨ ਹਾਂ ਕਿ ਮੇਰੇ ਕੋਲੋਂ ਇਹ ਕਾਰਜ ਕਿਸ ਤਰ੍ਹਾਂ ਨਿਭ ਸਕੇਗਾ। ਸਿਰਜਣਹਾਰ ਬੋਲੇ, ਇਹ ਠੀਕ ਹੈ ਕਿ ਆਪ ਨੇ ਬੜੀ ਤਪੱਸਿਆ ਕੀਤੀ ਹੈ, ਇਸ ਦੇਹ ਦੀ ਰਤਾ ਪਰਵਾਹ ਨਹੀਂ ਕੀਤੀ। ਅਸੀਂ ਤੁਹਾਨੂੰ ਆਪਣੇ ਪੁੱਤਰ ਬਣਾ ਕੇ ਨਿਵਾਜ ਰਹੇ ਹਾਂ।